जिस तरीके नाल कल पूरे पंजाब विच, देश विच, दुनिया विच करोड़ां करोड़ कापियां जिहड़ियां खेती दे कानूनां नाल संबंधित सी साड़ दित्तियां गईयां। अज देश के किस हिस्से विच मकर संक्रांति भी आ, पोंगल भी आ। अज भी असीं लोकां नूं मोदी सरकार दा विरोध करन दी बेनती कर रहे हैं। इह तों गाहां जिहड़ा अज माघी दी शहीदी दिहाड़ा वा, अज तो लैके गां गुरु साहब दा पुरब आ रहा वा, ਉਹਦੇ ਤੇ ਅੱਜ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੁੰਡਲੀ ਸਿੰਘੂ ਬਾਰਡਰ ਤੇ ਸਟੇਜ ਅੱਜ ਤੋਂ 6 ਵਜੇ ਤੋਂ 8 ਵਜੇ ਤੱਕ ਲਗਾਤਾਰ ਜਿਹੜੇ ਧਾਰਮਿਕ ਪ੍ਰੋਗਰਾਮ ਆਪਾਂ ਮਨਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਦਿਹਾੜਾ ਵਾ ਉਹਦੇ ਤੇ ਇੱਕ ਆਪਾਂ ਸਾਰੇ ਅਰਦਾਸ ਕਰਾਂਗੇ, ਸਾਰੇ ਮਿਲ ਕੇ, ਔਰ ਇੱਕ ਪ੍ਰਤਿੱਗਿਆ ਕਰਾਂਗੇ ਵੀ ਜਿੰਨਾ ਚਿਰ ਇਹ ਅੰਦੋਲਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਨਹੀਂ ਕਰ ਲੈਂਦਾ ਇਹ ਅੰਦੋਲਨ ਜਾਰੀ ਰਹੂਗਾ। ਇਹਦੇ ਨਾਲ ਜਿਸ ਤਰ੍ਹਾਂ ਦਾ ਭਾਜਪਾ ਦੀ ਸੰਸਦ ਹੇਮਾ ਮਾਲਿਨੀ ਜੀ ਦਾ ਬਿਆਨ ਆਇਆ, ਇਹ ਮੈਂ ਵੀ ਪਹਿਲੇ ਵੀ ਇਹ ਪਗ ਲਗਾਤਾਰ ਭਾਜਪਾ ਦੀ ਇੱਕ ਨੀਤੀ ਆ। ਉਹਨਾਂ ਨੇ ਬਿਆਨ ਦਿੱਤਾ, ਉਹਨਾਂ ਕੋਲ ਬਿਆਨ ਦਵਾਇਆ ਗਿਆ ਵੀ ਕਿਸਾਨਾਂ ਨੂੰ ਪਤਾ ਨਹੀਂ ਵੀ ਉਹਨਾਂ ਦੀ ਮੰਗ ਕੀ ਆ। ਸੋ ਜਿਹੜਾ ਹੇਮਾ ਮਾਲਿਨੀ ਜੀ ਨੇ ਬਿਆਨ ਦਿੱਤਾ ਉਹਨਾਂ ਨੂੰ ਨਹੀਂ ਪਤਾ ਬਿਆਨ ਮੈਂ ਕੀ ਲਿਖਤਾ, ਉਹਨਾਂ ਨੂੰ ਬਿਆਨ ਲਿਖਿਆ ਗਿਆ, ਇਹ ਸਾਈਨ ਕੀਤੇ ਉਹਨਾਂ ਨੇ। ਸੋ ਇਸ ਕਰਕੇ ਇਹ ਭਾਜਪਾ ਲਗਾਤਾਰ ਪੰਜਾਬੀਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਉਸਕਾਉਣ ਵਾਲੇ ਬਿਆਨਬਾਜ਼ੀ, ਭੜਕਾਉਣ ਵਾਲੀ ਬਿਆਨਬਾਜ਼ੀ ਲਗਾਤਾਰ ਕਰਦੇ ਨੇ। ਸੋ ਕਿਉਂਕਿ ਉਹਨਾਂ ਨੂੰ ਪਤਾ ਵੀ ਅੰਦੋਲਨ ਨੂੰ ਬਦਨਾਮ ਕਿਵੇਂ ਕਰਨਾ, ਉਹਨਾਂ ਦੀ ਪਹਿਲੋਂ ਨੀਅਤ ਤੇ ਨੀਤੀ ਰਹੀ ਆ। ਜਿਵੇਂ ਉਹਨਾਂ ਨੇ ਬਦਨਾਮ ਕਰਕੇ ਦਲਿਤਾਂ ਨੂੰ, ਘੱਟ ਗਿਣਤੀਆਂ ਨੂੰ ਪਹਿਲੋਂ ਕਿਵੇਂ ਕੁੱਟਿਆ, ਸੋ ਇਹ ਅੰਦੋਲਨ ਦੇ ਵਿੱਚ ਵੀ ਉਹਨਾਂ ਦੀ ਧਰਮ ਦੇ ਨਾਂ ਤੇ, ਜਾਤਾਂ ਪਾਤਾਂ ਦੇ ਨਾਂ ਤੇ ਫਿਰਕਾ ਪ੍ਰਸਤੀ ਕਰਕੇ ਫੁੱਟ ਪਾਉਣ ਦੀ ਨੀਅਤ ਆ, ਜਿਹਦੇ 'ਚ ਉਹ ਨਹੀਂ ਕਾਮਯਾਬ ਹੋਣਗੇ। ਸੋ ਇਸ ਤਰੀਕੇ ਨਾਲ ਭਰਾਵੋ ਜਿਹੜੇ ਅਗਲੇ ਪ੍ਰੋਗਰਾਮ ਆ ਰਹੇ 18 ਨੂੰ ਔਰਤਾਂ ਦਾ ਦਿਹਾੜਾ ਵਾ, ਵੱਧ ਚੜ ਕੇ ਉਹਦੇ ਵਿੱਚ ਔਰਤਾਂ ਦੀ ਪਿੰਡਾਂ ਵਿੱਚ ਸ਼ਮੂਲੀਅਤ ਕਰਕੇ ਮੋਦੀ ਖਿਲਾਫ ਵਿਰੋਧ ਕਰਨਾ। ਔਰ ਇਹ ਤੋਂ ਗਾਹਾਂ ਜਿਹੜਾ 26 ਦੀ ਤੁਸੀਂ ਤਿਆਰੀ ਲਗਾਤਾਰ ਕਰ ਰਹੇ ਹੋ, 20 ਨੂੰ ਇੱਥੋਂ ਤਰਨਤਾਰਨ ਤੇ ਹੋਰਨਾਂ ਪੰਜਾਬ ਦਾ ਲੱਖਾਂ ਟਰੈਕਟਰਾਂ, ਟਰਾਲੀਆਂ ਦਾ। ਸੋ ਤੁਸੀਂ ਪ੍ਰੋਗਰਾਮ ਬਣਾ ਕੇ ਆਉਣਾ 20 ਦਿਨ ਦਾ। ਟਰਾਲੀ ਇੱਕ ਵਾਹਿਦ ਇਹੋ ਜਿਹਾ ਸੰਦ ਆ ਜਿਹੜਾ ਚੱਲਦਾ, ਸੋ ਉਹਦੇ ਵਿੱਚ ਤੇ ਦੇਸ਼ ਦੁਨੀਆ ਦੇ ਲੋਕਾਂ ਨੇ ਇਹਨੂੰ ਐਡਾ ਵੱਡਾ ਪ੍ਰੋਗਰਾਮ ਬਣਾਉਣਾ ਵੀ ਦੁਨੀਆ ਯਾਦ ਕਰੇ। ਔਰ ਇਸ ਤੋਂ ਵੱਡੀ ਗੱਲ, ਜਦੋਂ 26 ਦਾ ਗਣਰਾਜ ਦਿਹਾੜਾ ਅਸੀਂ ਮਨਾਉਣਾ ਵਾ, ਉਧਰ ਜਵਾਨ ਪਰੇਡ ਕਰਨਗੇ, ਇੱਧਰ ਅਸੀਂ ਕਿਸਾਨ ਪਰੇਡ ਕਰਾਂਗੇ। ਔਰ ਇਹ ਪੁਰਅਮਨ ਪਰੇਡ ਹੋਊ। ਜਿਵੇਂ ਇਹਦੇ ਤੇ ਇਲਜ਼ਾਮ ਲਾਏ ਜਾ ਰਹੇ ਆ ਇਹ ਸਰਕਾਰ ਨਾਲ ਟਕਰਾਵਾਂ ਕਰਨਗੇ, ਐਂ ਕਰਨਗੇ, ਬਹੁਤ ਕੁਝ ਕਿਹਾ ਜਾ ਰਿਹਾ, ਐਂ ਨਹੀਂ ਹੁੰਦਾ। ਜੇ ਇੰਨਾ ਚਿਰ ਇਹ ਅੰਦੋਲਨ 6 ਮਹੀਨੇ ਪੰਜਾਬ 'ਚ, ਹੁਣ 1.5 ਮਹੀਨੇ ਤੋਂ ਬਾਅਦ ਉੱਥੇ ਬੜੇ ਪੁਰਅਮਨ ਨਾਲ ਡੈਮੋਕ੍ਰੇਸੀ ਵਿੱਚ ਸਾਨੂੰ ਹੱਕ ਆ। ਹੁਣ ਜੇ ਅਸ਼ਾਂਤੀ ਨੂੰ ਭੰਗ ਕਰਨਾ ਤੇ ਸਰਕਾਰ ਨੇ ਕਰਨਾ, ਜਿਵੇਂ ਹਰਿਆਣੇ 'ਚ ਕੀਤਾ ਸੀ। ਹਿੰਸਾ ਸਰਕਾਰ ਕਰਦੀ ਆ, ਪਹਿਲੋਂ ਵੀ ਉਹਨੇ ਕੀਤੀ ਆ, ਹੁਣ ਵੀ ਕਰੂਗੀ। ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸੀ ਸਬਰ ਨਾ ਕਰਨਾ। ਬਿਲਕੁਲ ਨੌਜਵਾਨਾਂ ਨੂੰ ਬਦਨਾਮ ਕਰੋ। ਸਾਡੇ ਨੌਜਵਾਨ ਸਿਆਣੇ ਨੇ, ਸਮਝਦਾਰ ਨੇ, ਔਰ ਜ਼ਿੰਮੇਵਾਰੀ ਆਪ ਦੀ ਸਮਝਦੇ। ਤਾਂ 26 ਦੀਆਂ ਤਿਆਰੀਆਂ, ਲੱਖਾਂ ਟਰੈਕਟਰ ਟਰਾਲੀਆਂ ਲੈ ਕੇ ਵੱਡੇ ਤੋਂ ਵੱਡਾ ਇਕੱਠ ਲਾ ਕੇ ਅਸੀਂ ਜਾਣਾ ਤੇ ਟਰੈਕਟਰ ਦਿੱਲੀ ਦੇ ਅੰਦਰ ਜਿਹੜਾ ਵਾ ਉਹ ਮਾਰਚ ਕਰਨਗੇ। ਜੋ ਪ੍ਰੋਗਰਾਮ ਅਸੀਂ ਸਾਰੇ ਰਲ ਕੇ ਜਥੇਬੰਦੀਆਂ ਬਣਾਵਾਂਗੇ। ਔਰ ਇਸ ਕਿਸਮ ਦਾ ਜਿਹੜਾ ਸਾਡੇ ਤੇ ਇਲਜ਼ਾਮ ਆ ਵੀ ਇਹ ਖੱਬੇ ਪੱਖੀਆਂ ਦਾ ਅੰਦੋਲਨ ਹੈ, ਖਾਲਿਸਤਾਨੀਆਂ ਦਾ ਅੰਦੋਲਨ ਆ, ਇਹ ਸੈਂਟਰ ਲਾਈਨ ਵਾਲਿਆਂ ਦਾ ਅੰਦੋਲਨ ਆ, ਇਹ ਪਹਿਲੋਂ ਵੀ ਬਦਨਾਮ ਕਰਦੇ ਰਹੇ, ਹੁਣ ਵੀ ਬਦਨਾਮ ਕਰਨਗੇ। ਇਸ ਕਰਕੇ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਵਾ ਔਰ ਲਗਾਤਾਰ ਆਪਣੇ ਅੰਦੋਲਨ ਨੂੰ ਹੋਰ ਵਧਾਉਣਾ ਵਾ, ਖੋਲ੍ਹਣਾ ਵਾ। ਸਾਨੂੰ ਮਜ਼ਦੂਰਾਂ ਨੂੰ ਨਾਲ ਲੈਣਾ ਚਾਹੀਦਾ, ਮਾਤਾਵਾਂ ਭੈਣਾਂ ਦੀ ਅੱਗੇ ਵੱਡੀ ਲਾਮਬੰਦੀ ਕਰਨੀ ਚਾਹੀਦੀ ਆ। ਨੌਜਵਾਨਾਂ ਦਾ ਬਹੁਤ ਵੱਡਾ ਸਾਨੂੰ ਯੋਗਦਾਨ ਮਿਲ ਰਿਹਾ। ਇਸ ਕਰਕੇ ਲਗਾਤਾਰ ਸਰਕਾਰ ਦੇ ਪ੍ਰਚਾਰ ਮਾਧਿਅਮਾਂ 'ਚ ਸਾਡੇ ਖਿਲਾਫ ਪ੍ਰਚਾਰ ਪ੍ਰੋਪਗੈਂਡਾ ਕੀਤਾ ਜਾ ਰਿਹਾ। ਔਰ ਤੁਸੀਂ ਵੀਡੀਓ ਵਾਇਰਲ ਕਰਕੇ ਨੌਜਵਾਨੋ ਦੱਸਿਆ ਕਰੋ, ਸਮਝਦਾਰ ਵੀ ਆ, ਸਿਆਣੇ ਵੀ ਆ। ਮੈਂ ਤੁਹਾਨੂੰ ਵਾਅਦਾ ਕਰਦਾ ਇਹ ਅੰਦੋਲਨ ਹਾਰਦਾ ਨਹੀਂ ਹੁੰਦਾ। ਇਹ ਅੰਦੋਲਨ ਜਿੱਤ ਕੇ ਆਵਾਂਗੇ। ਔਰ ਸਾਰੀਆਂ ਜਥੇਬੰਦੀਆਂ ਇੱਕ ਮੁੱਠ ਨੇ, ਇੱਕ ਹੀ ਇਰਾਦਾ ਵਾ ਵੀ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾ ਉਹਦੀ ਪੂਰਤੀ ਤੱਕ ਲੜਾਂਗੇ, ਭਾਵੇਂ ਜੋ ਮਰਜ਼ੀ ਕੁਰਬਾਨੀ ਕਰਨੀ ਪਏ। ਲਹਿਰਾਂ ਦੇ ਵਿੱਚ ਕੁਰਬਾਨੀਆਂ ਕਰਨੀਆਂ ਪੈਂਦੀਆਂ ਹੁੰਦੀਆਂ ਨੇ, ਕੁਰਬਾਨੀਆਂ ਤੋਂ ਬਗੈਰ ਲਹਿਰਾਂ ਜਿੱਤੀਆਂ ਨਹੀਂ ਜਾਂਦੀਆਂ ਹੁੰਦੀਆਂ। ਸੋ ਅਸੀਂ ਜੇਤੂ ਹੋ ਕੇ ਨਿਬੜਾਂਗੇ। ਧੰਨਵਾਦ। ਹਾਂਜੀ ਸਰ, ਅੱਜ ਖੇਤੀ ਜਿਹੜੇ ਵੇਲੇ ਆ ਤੁਸੀਂ ਸਾੜੇ ਆ, ਕਿੰਨਾ ਕੀ ਕਹਿਣਾ ਚਾਹੁੰਦੇ? ਕਿਉਂਕਿ ਸਾਨੂੰ ਰੋਸ ਸੀ, ਅਸੀਂ 7 ਮਹੀਨਿਆਂ ਤੋਂ ਬੈਠੇ ਹਾਂ ਪੰਜਾਬ ਦੇ ਵਿੱਚ, 1.5 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਦਿੱਲੀ ਸੜਕਾਂ ਤੇ ਬੈਠੇ ਹਾਂ, ਪਰ ਸਰਕਾਰ ਸਾਡੀ ਸੁਣ ਨਹੀਂ ਰਹੀ। ਸਰਕਾਰ ਦੀ ਨੀਅਤ ਤੇ ਸ਼ੱਕ ਆ। ਉਹਦੇ ਲਈ ਅਸੀਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਇੱਕ ਐਲਾਨ ਕੀਤਾ ਸੀ ਵੀ ਅਸੀਂ ਲੋਹੜੀ ਵਾਲੇ ਦਿਨ ਜਿਹੜੇ ਇਹ ਤਿੰਨੇ ਕਾਨੂੰਨ ਬਣੇ ਆ, ਆਰਡੀਨੈਂਸ ਆ, ਉਹਨਾਂ ਦੇ ਜਿਹੜੀਆਂ ਕਾਪੀਆਂ ਨੇ ਉਹ ਅਸੀਂ ਲੋਹੜੀ ਮਨਾਵਾਂਗੇ ਤੇ ਅੱਗ ਨੂੰ ਭੇਟ ਕਰਾਂਗੇ। ਉਹਦੇ ਤਹਿਤ ਅਸੀਂ ਅੱਜ ਇਹ ਕੁਹਾੜੇ ਚੌਂਕ ਦੇ ਵਿੱਚ ਸਮੂਹ ਸੰਘ ਦੇ ਨਾਲ, ਸਮੂਹ ਕੁਹਾੜੇ ਵਾਸੀਆਂ ਦੇ ਨਾਲ ਅਸੀਂ ਇਹ ਕਾਨੂੰਨ ਅੱਜ ਸਾੜੇ ਗਏ।
ਸਰ ਜਿਵੇਂ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ, ਕਿਸ ਤਰ੍ਹਾਂ ਦੇਖਦੇ ਹੋ ਫੈਸਲੇ ਨੂੰ? ਕੋਈ ਹੈ ਉਮੀਦ ਹੈ ਤੁਹਾਨੂੰ? ਨਹੀਂ, ਸਾਨੂੰ ਕਮੇਟੀ ਦੇ ਕੋਈ ਉਮੀਦ ਨਹੀਂ। ਅਸੀਂ ਕੱਲ੍ਹ ਹੀ ਕਮੇਟੀ ਮੀਟਿੰਗ ਕਰਕੇ ਰੱਦ ਕਰ ਦਿੱਤੀ ਗਈ ਆ, ਕਿਉਂਕਿ ਚਾਰੇ ਜਿਹੜੇ ਕਮੇਟੀ ਮੈਂਬਰ ਬਣਾਏ ਗਏ ਨੇ ਇਹ ਪਹਿਲਾਂ ਹੀ ਕਾਨੂੰਨ ਨੂੰ ਚੰਗਾ ਕਹਿ ਚੁੱਕੇ ਨੇ, ਪਹਿਲਾਂ ਹੀ ਇਹਨਾਂ ਦੇ ਆ ਗਏ ਨੇ ਵੀ ਇਹ ਕਾਨੂੰਨ ਚੰਗਾ, ਇਸ ਲਈ ਅਸੀਂ ਉਹ ਕਮੇਟੀ ਨਹੀਂ ਮੰਨਦੇ। ਅਸੀਂ ਪਹਿਲਾਂ ਵੀ ਸਰਕਾਰ ਨੂੰ ਕਿਹਾ ਸੀ ਅਸੀਂ ਕਿਸੇ ਕਮੇਟੀ 'ਚ ਵਿਸ਼ਵਾਸ ਨਹੀਂ ਰੱਖਦੇ, ਨਾ ਹੀ ਅਸੀਂ ਕੋਈ ਕਮੇਟੀ ਬਣਾਉਣੀ ਆ, ਕਿਉਂਕਿ ਕਮੇਟੀਆਂ ਤਾਂ ਸੰਘਰਸ਼ ਨੂੰ ਖਰਾਬ ਕਰਨ ਨੂੰ, ਸੰਘਰਸ਼ ਨੂੰ ਲੰਮਾ ਕਰਨ ਲਈ ਹੁੰਦੀਆਂ ਨੇ, ਦੇਣ ਲੈਣ ਲਈ ਕੋਈ ਕੱਖ ਨਹੀਂ ਹੁੰਦਾ ਇਹਨਾਂ 'ਚ। ਜਿਵੇਂ 15 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ, ਤੁਹਾਨੂੰ ਕੀ ਲੱਗਦਾ ਕੁਝ ਰਿਜ਼ਲਟ ਆਏਗਾ ਜਾਂ ਉੱਦਾਂ ਹੀ ਸੰਘਰਸ਼ ਚੱਲੀ ਜਾਏਗਾ? ਸਾਡੀ ਕੱਲ੍ਹ ਨੂੰ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ ਦਿੱਲੀ ਦੇ ਵਿੱਚ, ਉਹਦੇ 'ਚ ਅਸੀਂ ਫੈਸਲਾ ਲਵਾਂਗੇ 15 ਨੂੰ ਕੀ ਕਰਨਾ, ਜਾਣਾ ਜਾਂ ਨਹੀਂ ਜਾਣਾ, ਜਾਂ ਉੱਥੇ ਕੀ ਗੱਲਾਂ ਕਰਨੀਆਂ ਨੇ, ਉਹ ਅਸੀਂ ਫੈਸਲਾ ਕੱਲ੍ਹ ਸ਼ਾਮ ਨੂੰ ਦੱਸਾਂਗੇ। ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਸੰਘਰਸ਼ ਲਗਾਤਾਰ ਜਾਰੀ ਹੈ? ਸੰਘਰਸ਼ ਪੱਕੇ ਤੌਰ ਤੇ ਜਾਰੀ ਆ। ਅਸੀਂ ਸੰਘਰਸ਼ ਲਈ ਹੋਈ ਇੱਥੇ ਆਏ ਹਾਂ ਵੀ ਲਾਮਬੰਦ ਕਰਕੇ ਕਿਸਾਨਾਂ ਨੂੰ ਜਿਹੜਾ ਅਸੀਂ 26 ਜਨਵਰੀ ਮਨਾਉਣਾ ਉਹਦੇ ਲਈ ਲਾਮਬੰਦ ਕਰੀਏ ਤੇ ਵੱਧ ਤੋਂ ਵੱਧ ਕਿਸਾਨ ਜਿਹੜੇ ਜਾਣ ਤੇ ਅਸੀਂ 26 ਜਨਵਰੀ ਉੱਥੇ ਮਨਾ ਸਕੀਏ। ਲੋਹੜੀ ਦਾ ਤਿਉਹਾਰ ਹੈ, ਵੈਸੇ ਤਾਂ ਇਹ ਖੁਸ਼ੀਆਂ ਦਾ ਤਿਉਹਾਰ ਹੈ। ਲੋਕ ਨੱਚ ਕੇ ਭੰਗੜੇ ਪਾ ਕੇ ਰਿਓੜੀਆਂ ਵੰਡ ਕੇ ਮਨਾਉਂਦੇ ਨੇ, ਪਰ ਇਸ ਵਾਰ ਦੀ ਜਿਹੜੀ ਲੋਹੜੀ ਹੈ ਉਹ ਕਿਸਾਨਾਂ ਵਾਸਤੇ, ਦੇਸ਼ ਦੇ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਇਹ ਕੋਈ ਖੁਸ਼ੀਆਂ ਵਾਲੀ ਲੋਹੜੀ ਨਹੀਂ, ਕਿਉਂਕਿ 3 ਕਾਲੇ ਕਾਨੂੰਨ ਜਿਹੜੇ ਖੇਤੀ ਨਾਲ ਸੰਬੰਧਿਤ ਗਵਰਨਮੈਂਟ ਲੈ ਕੇ ਆਈ ਹੈ ਤੇ ਉਹਨਾਂ ਨੂੰ ਵਾਪਸ ਕਰਾਉਣ ਲਈ ਕਿਸਾਨ ਪਿਛਲੇ 4-5 ਮਹੀਨਿਆਂ ਤੋਂ ਪੰਜਾਬ 'ਚ, ਕਿਉਂਕਿ ਪਹਿਲਾਂ ਤੋਂ ਬੈਠੇ ਹੈ ਤੇ ਲਗਭਗ ਪੌਣੇ 2 ਮਹੀਨਿਆਂ ਤੋਂ ਉੱਪਰ ਦਿੱਲੀ ਦੇ ਬਾਰਡਰਾਂ ਤੇ ਹੋ ਗਏ ਠੰਡ 'ਚ, ਜਿਹਦੇ ਵਿੱਚ 70 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹਨਾਂ ਦੀ ਜਾਨ ਚਲੀ ਗਈ, ਸ਼ਹਾਦਤ ਹੋ ਗਈ। ਅੱਜ ਅਸੀਂ ਇਹ ਲੋਹੜੀ ਜਿਹੜੀ ਹੈ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਤੇ ਈਸ਼ਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ, ਜਿਹੜੀ ਲੋਹੜੀ ਵੇਲੇ ਤੇਲ ਸੁੱਟ ਕੇ ਅਸੀਂ ਕਰਦੇ ਹੁੰਦੇ ਹਾਂ। ਪਹਿਲੇ ਦਿਨ ਬੱਚੇ ਜਦੋਂ ਬਚਪਨ 'ਚ ਵੀ ਅਸੀਂ ਲੋਹੜੀਆਂ ਮੰਗਦੇ ਰਹੇ ਹਾਂ ਇੱਦਾਂ ਕਿ ਮਤਲਬ ਤਿਲ ਸੁੱਟ ਕੇ ਅਸੀਂ ਇਸ ਤਰ੍ਹਾਂ ਚਾਹ ਹੁੰਦਾ ਸੀ। ਪਰ ਅੱਜ ਅਸੀਂ ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ, ਦਲਿੱਦਰ ਰੂਪੀ ਕਾਲੇ ਕਾਨੂੰਨ ਜਿਹੜੇ ਨੇ ਤਿੰਨੇ, ਉਹਨਾਂ ਨੂੰ ਅਸੀਂ ਅੱਗ ਦੇ ਵਿੱਚ ਸਾੜ ਕੇ ਅਸੀਂ ਸੈਂਟਰ ਸਰਕਾਰ ਨੂੰ ਇਹ ਕਲੀਅਰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਕਿਸਾਨਾਂ ਦੇ ਦਰਦ ਨੂੰ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲਓ। ਇਹ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਤੀ ਜਾ, ਕਿਉਂਕਿ ਕਿਸਾਨ ਤਾਂ ਸੁਪਰੀਮ ਕੋਰਟ 'ਚ ਗਏ ਹੀ ਨਹੀਂ। ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਇਆ ਤਾਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਹੀ ਉਹਨੂੰ ਰੱਦ ਕਰ ਦਿਓ। ਅੱਜ ਆਮ ਆਦਮੀ ਪਾਰਟੀ ਦੀ ਸਾਰੀ ਜਿਹੜੀ ਲੀਡਰਸ਼ਿਪ, ਸਾਰੇ MLA ਸਾਹਿਬਾਨ, ਅਹੁਦੇਦਾਰ ਸਾਹਿਬਾਨ ਅੱਜ ਲੁਧਿਆਣੇ ਦੇ ਮੇਨ ਆਫਿਸ ਦੇ ਸਾਹਮਣੇ ਇੱਥੇ ਅਸੀਂ ਇਹ ਕੀਤਾ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ਾਮ ਨੂੰ 16,000 ਦੇ ਲਗਭਗ ਜਗ੍ਹਾ ਤੇ ਸਾਡੇ ਜਿਹੜੇ ਵਲੰਟੀਅਰ, ਅਹੁਦੇਦਾਰ ਆਮ ਲੋਕਾਂ ਨਾਲ ਮਿਲ ਕੇ ਇਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਸੋ ਪਾਰਲੀਮੈਂਟ ਦੇ ਵਿੱਚ ਸੈਂਟਰਲ ਹਾਲ 'ਚ ਜਦੋਂ ਪ੍ਰਧਾਨ ਮੰਤਰੀ ਜੀ ਨਾਲ ਮੇਰਾ ਸਾਹਮਣਾ ਹੋਇਆ ਸੀ ਤਾਂ ਮੈਂ ਵੀ ਸਖਤ ਵਿਰੋਧ ਕੀਤਾ। ਸ਼ਾਇਦ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ 6.5 ਸਾਲਾਂ 'ਚ ਇਸ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ ਕਿ ਅੱਖਾਂ 'ਚ ਅੱਖਾਂ ਵੀ ਨਹੀਂ ਮਿਲਾਉਣ ਦੀ ਉਹਨਾਂ ਦੀ ਹਿੰਮਤ ਪਈ ਤੇ ਉਹ ਚਲੇ ਗਏ। ਸੰਜੇ ਸਿੰਘ ਜੀ ਤੇ ਰਾਜ ਸਭਾ ਦੇ ਸਾਡੇ ਜਿਹੜੇ ਮੈਂਬਰ ਨੇ ਤੇ ਮੈਂ ਉੱਥੇ ਸੀਗਾ, ਉੱਥੇ ਵੀ ਅਸੀਂ ਇਹੀ ਕਿਹਾ ਸੀਗਾ ਕਿ ਅੰਨਦਾਤਾ ਠੰਡ 'ਚ ਠਰ ਰਿਹਾ ਹੈ, ਅੰਨਦਾਤਾ ਬਾਰਡਰਾਂ ਤੇ ਮਰ ਰਿਹਾ ਹੈ, ਕਿਰਪਾ ਕਰਕੇ ਤੁਸੀਂ ਉਹਨਾਂ ਨੂੰ ਅੰਨਦਾਤੇ ਨੂੰ ਅੱਤਵਾਦੀ ਨਾ ਕਹੋ, ਉਹ ਉਹਨਾਂ ਦੇ ਜਿਹੜੇ ਮੰਗਾਂ ਨੇ ਉਹ ਪੂਰੀਆਂ ਕਰੋ, ਕਾਲੇ ਕਾਨੂੰਨ ਵਾਪਸ ਲਓ ਤੇ MSP ਦੀ ਗਾਰੰਟੀ ਦਿਓ। ਇਹੀ ਮੰਗਾਂ ਅੱਜ ਵੀ ਉਹਨਾਂ ਦੀਆਂ ਕਾਇਮ ਨੇ ਤੇ ਅਸੀਂ ਉਹਨਾਂ ਦੇ ਸੰਘਰਸ਼ ਦਾ ਸਾਥ ਦੇ ਰਹੇ ਹਾਂ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਸੇਵਾਦਾਰ ਬਣ ਕੇ ਸੇਵਾ ਕਰ ਰਹੀ ਹੈ। 2 ਵਾਰ ਮੁੱਖ ਮੰਤਰੀ ਉੱਥੇ ਗਏ, ਦੋਨੋਂ ਵਾਰ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੁੱਖ ਮੰਤਰੀ ਬਣ ਕੇ ਨਹੀਂ, ਮੈਂ ਇੱਥੇ ਸੇਵਾਦਾਰ ਬਣ ਕੇ ਆਇਆ। ਸਾਡੇ ਸਾਰੇ MLA, ਸਾਰੇ ਵਲੰਟੀਅਰ ਉੱਥੇ ਲੱਗੇ ਹੋਏ ਨੇ ਤੇ ਦੁੱਖ ਦੀ ਗੱਲ ਇਹ ਹੈ ਕਿ ਕਿੰਨੇ ਪਵਿੱਤਰ ਦਿਹਾੜੇ ਜਿਹੜੇ ਉਹ ਬਾਰਡਰ ਤੇ ਲੰਘੇ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਉਹ ਬਾਰਡਰ ਤੇ ਲੰਘਿਆ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹ ਬਾਰਡਰ ਤੇ ਲੰਘਿਆ, ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹ ਬਾਰਡਰ ਤੇ ਲੰਘਿਆ। 27 ਦਸੰਬਰ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਹੁੰਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹ ਬਾਰਡਰ ਤੇ ਲੰਘਿਆ। ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਉਹ ਬਾਰਡਰ ਤੇ ਲੰਘਿਆ। ਹਜੇ ਹੋਰ ਪਤਾ ਨਹੀਂ ਕਿੰਨੇ ਕੁ ਸਾਡੇ ਪਵਿੱਤਰ ਦਿਹਾੜੇ ਜਿਹੜੇ ਨੇ ਇਹ ਬਾਰਡਰਾਂ ਤੇ ਲੰਘਣਗੇ। ਸਰਕਾਰ ਕਿੰਨੀਆਂ ਕੁ ਜਾਨਾਂ ਚਾਹੁੰਦੀ ਹੈ, ਕਿੰਨੀਆਂ ਕੁ ਲਾਸ਼ਾਂ ਹੋਰ ਗਿਣਨੀਆਂ ਚਾਹੁੰਦੀ ਹੈ। ਕਿਰਪਾ ਕਰਕੇ ਤੁਸੀਂ ਇਹਨਾਂ ਦੇ ਸਬਰ ਦਾ ਇਮਤਿਹਾਨ ਨਾ ਲਓ। ਤੇ ਗਣਤੰਤਰ ਦਿਵਸ ਆ ਰਿਹਾ ਹੈ 26 ਜਨਵਰੀ। ਗਣਤੰਤਰ ਦਾ ਮਤਲਬ ਉਹਦੇ ਸੰਵਿਧਾਨ ਲਾਗੂ ਹੋਇਆ ਸੀ। ਸੰਵਿਧਾਨ ਦੇ ਵਿੱਚ ਜੇ ਸੰਵਿਧਾਨ ਦਾ ਵਿਰੋਧ ਕਰ ਰਹੇ ਹੋ, ਸੰਵਿਧਾਨ ਨਾਲ ਛੇੜਛਾੜ ਕਰ ਰਹੇ ਹੋ ਤੇ ਲੋਕ ਉਹਦਾ ਵਿਰੋਧ ਕਰ ਰਹੇ ਨੇ, ਤਾਂ ਸੰਵਿਧਾਨ ਵਾਲੇ ਦਿਨ ਤੋਂ ਪਹਿਲਾਂ ਇਹ ਤੋਹਫਾ ਜਿਹੜਾ ਹੈ ਉਹ ਦੇ ਦੇਣਾ ਚਾਹੀਦਾ ਸੈਂਟਰ ਗੌਰਮੈਂਟ।
ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਹੈ, ਪਤਾ ਨਹੀਂ ਤਾਂ ਪਹਿਲਾਂ ਕਿਉਂਕਿ 6.5 ਸਾਲ ਤੋਂ ਧੱਕਾ ਹੀ ਕੀਤਾ ਇਹਨਾਂ ਨੂੰ ਪਹਿਲੀ ਵਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਸੋ ਸ਼ਾਇਦ ਆਪਦਾ ਕੋਈ ਇੱਜ਼ਤ ਦਾ ਸਵਾਲ ਬਣਾ ਕੇ ਬਹਿ ਗਏ। ਇਦਾਂ ਨਹੀਂ ਚੱਲਦੀਆਂ ਹੁੰਦੀਆਂ। ਕਈ ਵਾਰੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਤੋਂ ਕਾਨੂੰਨ ਬਣ ਜਾਂਦੇ ਗਲਤ, ਕਹਿ ਦੇਣ ਮੋਦੀ ਸਾਹਿਬ ਕਿਉਂਕਿ ਮੈਂ ਕਿਸੇ ਹੋਰ ਮਨਸ਼ਾ ਨਾਲ ਬਣਾਇਆ ਸੀਗਾ ਵੀ ਤੁਹਾਨੂੰ ਫਾਇਦਾ ਹੋਵੇ, ਪਰ ਤੁਸੀਂ ਲੱਗਦਾ ਕਿ ਤੁਹਾਨੂੰ ਫਾਇਦਾ ਨਹੀਂ ਹੁੰਦਾ, ਮੈਂ ਤਿੰਨੋਂ ਕਾਨੂੰਨ ਵਾਪਸ ਲੈ ਲੈਣਾ। ਤਾਨਾਸ਼ਾਹੀ ਹੋਈ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅਫਸੋਸ ਇਸ ਗੱਲ ਦਾ ਅੱਜ ਸਾਡੇ ਦੁਨੀਆ ਦੇ ਅੰਦਰ ਸਭ ਤੋਂ ਵੱਡੇ ਲੋਕਤੰਤਰ ਦਾ ਜਨਾਜ਼ਾ ਪੂਰੀ ਦੁਨੀਆ ਦੇ ਵਿੱਚ ਨਿਕਲ ਰਿਹਾ ਕਿ ਇੰਨੀ ਕੜਕਦੀ ਸਰਦੀ ਦੇ ਵਿੱਚ ਬੱਚੇ ਬਜ਼ੁਰਗ ਸਾਡੇ ਸੜਕਾਂ ਦੇ ਉੱਤੇ ਆਂਦਾ ਤਾਂ ਕਿਸਾਨ ਰੁਲ ਰਿਹਾ ਹੋਵੇ, ਲਗਾਤਾਰ ਸ਼ਹੀਦੀਆਂ ਮੌਤਾਂ ਹੋ ਰਹੀਆਂ ਹੋਣ ਤੇ ਦੇਸ਼ ਦੀ ਸਰਕਾਰ ਚੁੱਪ ਆ। ਕਿੰਨੀ ਵਾਰੀ ਕਾਨੂੰਨਾਂ ਦੀਆਂ ਕਾਪੀਆਂ ਦੇਸ਼ ਦੇ ਲੋਕ ਸਾੜ ਹਟੇ, ਵਿਦੇਸ਼ਾਂ 'ਚ ਵਸਦੇ ਕਿਸਾਨ ਹਮੈਤੀ ਲੋਕ ਕਾਪੀਆਂ ਸਾੜ ਹਟਿਆ, ਪਰ ਮੋਦੀ ਦੀ ਸਰਕਾਰ ਟਸ ਤੋਂ ਮਸ ਨਾ ਹੋਵੇ। ਸੋ ਮੋਦੀ ਦੀ ਸਰਕਾਰ EVM ਦੇ ਉੱਤੇ ਮਾਣ ਕਰਦੀ ਹੈ। ਉਹਨਾਂ ਨੂੰ ਪਤਾ ਕਿ EVM ਦਾ ਰਿਮੋਟ ਕੰਟਰੋਲ ਸਾਡੇ ਹੱਥ ਦੇ ਵਿੱਚ ਆ, ਇਹ ਲੋਕ ਜੋ ਮਰਜ਼ੀ ਬੋਲੀ ਜਾਣ। ਇਹ ਦੇਸ਼ ਸਾਡਾ ਅੱਜ ਬੜੇ ਖਤਰਨਾਕ ਪਾਸੇ ਮੋੜ ਕੱਟ ਰਿਹਾ, ਸਾਡੀ ਡੈਮੋਕ੍ਰੇਸੀ ਖਤਰੇ ਦੇ ਵਿੱਚ ਹੈ। ਸੋ ਮੈਂ ਫਿਰ BJP ਦੇ ਲੀਡਰਸ ਨੂੰ ਅਪੀਲ ਕਰੂੰ, ਖਾਸ ਕਰਕੇ ਜਿਹੜੇ ਪੰਜਾਬ ਨਾਲ ਸੰਬੰਧਿਤ ਆ, ਉਹ ਕਮ ਸੇ ਕਮ ਜੇ ਮੋਦੀ ਦੀ ਗਵਰਨਮੈਂਟ ਤੇ ਮੋਦੀ ਉਹਨਾਂ ਦੀ ਗੱਲ ਨਹੀਂ ਮੰਨਦਾ ਤੇ ਉਹ ਸਮੂਹਕ ਰੂਪ ਦੇ ਵਿੱਚ ਅਸਤੀਫੇ ਦੇ ਕੇ ਕਿਸਾਨ ਅੰਦੋਲਨ ਦੇ ਵਿੱਚ ਕੁੱਦ ਪੈਣ। ਦੇਖੋ, ਮਨੁੱਖੀ ਅਧਿਕਾਰ, ਫੰਡਾਮੈਂਟਲ ਰਾਈਟਸ ਐਂਡ ਹਿਊਮਨ ਰਾਈਟਸ ਜਿਹੜੇ ਆ, ਇੱਕ ਬੰਦੇ ਨੇ ਆਪਣੇ ਕੀਤੇ ਜੁਰਮ ਦੀ ਡਬਲ ਸਜ਼ਾ ਕੱਟ ਲਈ, ਡਬਲ ਸਜ਼ਾ ਕੱਟਣ ਤੋਂ ਬਾਅਦ ਵੀ ਰਿਹਾਈ ਨਹੀਂ। ਜੇ ਰਵਨੀਤ ਬਿੱਟੂ ਜੀ ਕਾਲੇ ਕਾਨੂੰਨਾਂ ਦੇ ਨਾਲ ਰਾਜੋਆਣਾ ਸਾਹਿਬ ਦੀ ਰਿਹਾਈ ਨੂੰ ਲੈ ਕੇ ਬਿਆਨ ਦਿੰਦੇ ਆ, ਇਹ ਦੁਖਦਾਈ ਹੈ। ਉਹਨਾਂ ਨੂੰ ਵੱਡਾਪਨ ਦਿਖਾਉਣਾ ਚਾਹੀਦਾ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਖੇਤੀ ਸੁਧਾਰ ਦੇ ਉੱਤੇ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਪੰਜਾਬ ਦੇ MP ਜੰਤਰ ਮੰਤਰ ਦੇ ਉੱਤੇ ਬੈਠੇ ਆ, ਪਰ ਰਾਜੋਆਣਾ ਦੀ ਰਿਹਾਈ ਦੇ ਨਾਲ ਜੋੜਨਾ ਗਲਤ ਹੈ। ਉਹਨਾਂ ਨੂੰ ਫਰਾਖਦਿਲੀ ਦਿਖਾ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਰਾਜੋਆਣਾ ਸਾਹਿਬ ਨੇ ਡਬਲ ਜਿੰਨੀ ਸਜ਼ਾ ਸੀ ਉਹਦੇ ਨਾਲੋਂ ਡਬਲ ਕੈਦ ਕੱਟ ਚੁੱਕੇ ਆ। ਉਹਨਾਂ ਦੀ ਰਿਹਾਈ ਦਾ ਬਿੱਟੂ ਤੇ ਬਿੱਟੂ ਜੀ ਦੀ ਫੈਮਿਲੀ ਨੂੰ ਕੋਈ ਇਤਰਾਜ਼ ਨਾ ਇਹ ਬਿਆਨ ਉਹ ਦੇਣ, ਤਾਂ ਮੈਂ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਲੋਕ ਆ ਉਹ ਇਸ ਗੱਲ ਦੀ ਤਾਰੀਫ ਤੇ ਪ੍ਰਸ਼ੰਸਾ ਕਰਦੇ। ਦੇਖੋ, 26 ਤਰੀਕ ਦੀ ਜਿਹੜੀ ਜੈ ਜਵਾਨ ਤੇ ਜੈ ਕਿਸਾਨ, ਜਵਾਨ ਜੈ ਕਰਦੇ ਆ 26 ਤਰੀਕ ਨੂੰ, ਤੇ ਸਾਡੇ ਦੇਸ਼ ਦੇ ਅੰਦਰ ਅੱਜ ਦੁੱਖ ਤੇ ਅਫਸੋਸ ਆ ਕਿ ਕਿਸਾਨਾਂ ਨੂੰ ਆਪਣੇ ਟਰੈਕਟਰਾਂ ਦੇ ਉੱਤੇ ਕੜਕਦੀ ਠੰਡ ਦੇ ਵਿੱਚ ਦੇਸ਼ ਦਾ ਤਿਰੰਗਾ ਲਾ ਕੇ, ਕਿੱਥੇ ਤਾਂ ਕਿਸਾਨਾਂ ਨੇ ਗਣਤੰਤਰ ਦਿਵਸ ਦੇਖਣ ਜਾਣਾ ਸੀ ਜਿੱਥੇ ਸਾਡੇ ਜਵਾਨ ਪਰੇਡ ਕਰਦੇ ਆ, ਅੱਜ ਕਿਸਾਨਾਂ ਨੂੰ ਪਰੇਡ ਖੁਦ ਕਰਨੀ ਪੈ ਰਹੀ ਹੈ। ਜੈ ਜਵਾਨ ਜੈ ਕਿਸਾਨ ਲੋਕ ਇਨਸਾਫ ਪਾਰਟੀ 26 ਤਰੀਕ ਦੇ ਜਿਹੜਾ ਕਿਸਾਨਾਂ ਦਾ ਟਰੈਕਟਰ ਪਰੇਡ ਪ੍ਰੋਗਰਾਮ ਆ, ਉਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੇਗੀ, ਹਿੱਸਾ ਲਏਗੀ। ਹਰ ਕੀਮਤ ਦੇ ਉੱਤੇ ਮੋਦੀ ਸਰਕਾਰ ਨੂੰ ਇਸ ਗੱਲ ਲਈ ਝੁਕਾਉਣ ਵਾਸਤੇ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਗੱਲ ਕਰੀਏ ਜੀ, ਕਿਹਾ ਜਾ ਰਿਹਾ ਕਿ 15 ਤਰੀਕ ਨੂੰ ਕੁਝ ਫੈਸਲਾ ਹੋ ਸਕਦਾ ਹੈ ਜਾਂ ਦੇਖੋ, ਜਿਹੜਾ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਉਹ ਸਿਰਫ ਆਈ ਵਾਸ਼ ਹੈਗਾ। ਅਸੀਂ ਮਾਨਯੋਗ ਦੇਸ਼ ਦੀ ਸਰਵਉੱਚ ਅਦਾਲਤ ਦਾ ਰਿਸਪੈਕਟ ਤੇ ਸਤਿਕਾਰ ਕਰਦੇ ਆ, ਪਰ ਇਹਦੇ ਨਾਲ ਮਨ ਦੇ ਵਿੱਚ ਸ਼ੰਕਾਵਾਂ, ਭੁਲੇਖੇ ਮਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਕੇ ਪੈਦਾ ਹੋਏ ਆ ਕਿ ਜਿਹੜੇ ਮੈਂਬਰ ਕਮੇਟੀ ਦੇ ਵਿੱਚ ਲਏ ਆ ਉਹ ਤਾਂ ਸਾਰੇ ਦੇ ਸਾਰੇ BJP ਦੇ ਭਗਤ, RSS ਐਂਡ ਮੋਦੀ ਭਗਤ ਲੋਕ ਹੈਗੇ ਆ। ਉਹ ਕਿਵੇਂ ਅਸੀਂ ਵਿਸ਼ਵਾਸ ਕਰ ਲਈਏ, ਕਿਵੇਂ ਦੇਸ਼ ਦਾ ਅੰਦਾਤਾ ਵਿਸ਼ਵਾਸ ਕਰ ਲਵੇ ਕਿ ਉਹ ਲੋਕ ਕੋਈ ਨਿਆਂ ਦੀ ਗੱਲ ਕਰਨਗੇ। ਸੋ ਇਸ ਕਰਕੇ ਲੱਗਦਾ ਨਹੀਂਗਾ ਕਿ ਇਹ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਫਾਰਮ ਕੀਤੀ ਹੈ ਕੋਈ ਨਿਆਂ ਦਊਗੀ, ਇਹ ਕੋਈ ਨਿਆਂ ਦੀ ਗੱਲ ਕਰੂਗੀ। ਰਹਿ ਗਈ ਗੱਲ ਮੀਟਿੰਗਾਂ ਦੀ, ਕਿੰਨੀਆਂ ਮੀਟਿੰਗਾਂ, ਮੇਰੇ ਖਿਆਲ 8 ਜਾਂ 9 ਮੀਟਿੰਗਾਂ ਆਲਰੇਡੀ ਹੋ ਚੁੱਕੀਆਂ ਨੇ। ਉਹਨਾਂ ਮੀਟਿੰਗਾਂ ਦੇ ਵਿੱਚੋਂ ਨਿਕਲਿਆ ਕਿ ਸਿਰਫ ਤੇ ਸਿਰਫ ਸਰਕਾਰ ਦਾ ਇੱਕੋ ਟੀਚਾ ਕਿ ਲੋਕਾਂ ਨੂੰ ਥਕਾ ਦਿਓ, ਲੋਕ ਅੱਕ ਜਾਣ ਇਸ ਅੰਦੋਲਨ ਤੋਂ, ਥੱਕੇ ਹੋਏ ਤੇ ਅੱਕੇ ਹੋਏ ਲੋਕ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ। ਪਰ ਇਹ ਦੇਸ਼ ਵਾਸੀ ਅੰਨਦਾਤੇ ਦੀ ਸਪੋਰਟ ਤੇ ਬੈਠੇ ਆ, ਸਾਰਾ ਦੇਸ਼ ਅੱਜ ਕਿਸਾਨ ਦੀ ਸਪੋਰਟ ਤੇ ਬੈਠਾ। ਇਹ ਮੋਦੀ ਸਰਕਾਰ ਦਾ ਭਰਮ ਤੇ ਭੁਲੇਖਾ ਦੂਰ ਹੋ ਕੇ ਰਹੇਗਾ। ਇਹ ਅੰਦੋਲਨਕਾਰੀ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਬਾਰਡਰਾਂ ਦੇ ਉੱਤੇ ਬੈਠੇ ਲੋਕ ਆ,
ਇਹ ਕਾਲੇ ਕਾਨੂੰਨ ਦਾ ਭੋਗ ਪਾਉਣ ਤੋਂ ਬਾਅਦ ਵਾਪਸ ਆਉਣਗੇ। ਵੈਸੇ ਲਾਸਟ ਸਵਾਲ ਹੈਗਾ, ਕਿਸਾਨ ਜਥੇਬੰਦੀਆਂ ਉਹ ਸ਼ਾਮਲ ਕੀਤੀਆਂ ਗਈਆਂ ਜਿਹੜੀ ਹਾਲ ਹੀ ਦੇ ਵਿੱਚ ਰਜਿਸਟਰਡ ਪਹਿਲਾਂ ਵੀ ਜਥੇਬੰਦੀਆਂ ਮੈਂ ਪਹਿਲਾਂ ਕਿਹਾ ਕਿ ਹਟਿਆ ਵੀ ਉਹ ਜਿਹੜੇ ਮੋਦੀ ਭਗਤ ਆ, ਜਿਹੜੇ RSS ਤੇ BJP ਦੇ ਚਹੇਤੇ ਲੋਕ ਆ, ਜਿਨ੍ਹਾਂ ਨੂੰ ਇਸੇ ਮਕਸਦ ਵਾਸਤੇ ਕ੍ਰੀਏਟ ਕੀਤਾ ਗਿਆ, ਹੁਣ ਇਹ ਨਵੇਂ ਤਾਜ਼ੇ ਉਹਨਾਂ ਨੂੰ ਕਿਸਾਨ ਲੀਡਰਾਂ ਦੀਆਂ ਉਪਾਧੀਆਂ ਦੇ ਕੇ ਬਣਾਇਆ ਗਿਆ, ਸਿਰਫ ਤੇ ਸਿਰਫ ਜਿਹੜਾ ਮੋਦੀ ਖੇਮੇ ਦਾ, ਸਰਕਾਰ ਖੇਮੇ ਦਾ ਮੀਡੀਆ, ਉਹਦੇ ਵਿੱਚ ਕਿਸਾਨ ਅੰਦੋਲਨ ਦਾ ਪ੍ਰਭਾਵ ਮੱਧਮ ਕਰਨ ਦਾ ਨਗੂਣਾ ਯਤਨ ਆ। ਪਰ ਦੇਸ਼ ਦੇ ਲੋਕ ਸਾਰੀ ਗੱਲ ਸਮਝਦੇ ਆ। ਅੱਜ ਜਿਹੜਾ ਗੋਦੀ ਮੀਡੀਆ, ਜਿਹੜਾ ਮੋਦੀ ਭਗਤ ਮੀਡੀਆ, ਅੱਜ ਉਹਦੀ ਕਿੱਡੀ ਕਿਰਕਰੀ ਹੋ ਰਹੀ ਆ। ਉਹਨਾਂ ਦੀ ਤੁਸੀਂ ਜੇ ਉਹਨਾਂ ਦੇ ਕਿਸੇ ਪ੍ਰੋਗਰਾਮ ਦੇ ਕਮੈਂਟ ਲੋਕਾਂ ਦੇ ਪੜ੍ਹੋ ਤੇ ਲੋਕ ਜੁੱਤੀਆਂ ਮਾਰ ਰਹੇ ਆ ਮੋਦੀ ਗੋਦੀ ਮੀਡੀਆ ਦੇ। ਸੋ ਇਹ ਜਿਹੜਾ ਧਿਆਨ ਡਾਈਵਰਟ ਕਰਨ ਵਾਸਤੇ ਮੋਦੀ ਦੀਆਂ ਚਾਲਾਂ ਨੇ ਇਹ ਸਫਲ ਨਹੀਂ। ਡਾਕਟਰ ਰੇਖਾ ਰਾਣਾ, ਬਲੱਡ ਟ੍ਰਾਂਸਫਿਊਜ਼ਨ ਆਫਿਸਰ, ਸਿਵਲ ਹਸਪੀਟਲ ਤਰਨਤਾਰਨ। ਇਹ ਕਰੋਨਾ ਦੇ ਟਾਈਮ ਪੀਰੀਅਡ 'ਚ SSP ਸਰ ਵੱਲੋਂ ਸਭ ਤੋਂ ਵੱਡਾ ਖੂਨਦਾਨ ਕੈਂਪ ਲੱਗ ਰਿਹਾ ਹੈ ਅੱਜ, ਤੇ ਇਹਨਾਂ ਦੇ ਵੱਲੋਂ ਅੱਜ 500 ਦਾ ਟਾਰਗੇਟ ਰੱਖਿਆ ਹੋਇਆ, 500 ਯੂਨਿਟਸ ਆਣਗੇ। ਤੇ ਖੂਨਦਾਨ ਆਫ ਕੋਰਸ ਬਲੱਡ ਡੋਨੇਸ਼ਨ, ਬਲੱਡ ਡੋਨਰਸ ਆਰ ਹੀਰੋਜ਼। ਇਹ ਇੱਕ ਸਭ ਤੋਂ ਵੱਡਾ ਖੂਨਦਾਨ ਇੱਕ ਸਾਡੇ ਲਈ, ਜਿੱਦਾਂ ਸਾਡੇ ਸਿਵਲ ਹਸਪੀਟਲ ਤਰਨਤਾਰਨ 'ਚ ਤੇ ਮੈਕਸਿਮਮ ਰਿਕੁਆਇਰਮੈਂਟਸ ਪ੍ਰੈਗਨੈਂਟ ਲੇਡੀਜ਼ ਦੀਆਂ, ਐਕਸੀਡੈਂਟਲ ਕੇਸਿਸ, ਸਰਜਰੀਜ਼, ਤੇ ਸਾਡੇ ਕੋਲ ਈਵਨ ਥੈਲੇਸੀਮੀਆ ਦੇ ਪੇਸ਼ੈਂਟਸ, ਹੀਮੋਫੀਲੀਆ ਦੇ ਪੇਸ਼ੈਂਟਸ ਵੀ ਆਉਂਦੇ ਨੇ। ਤੇ ਥੈਲੇਸੀਮੀਆ ਦੇ ਬੱਚਿਆਂ ਨੂੰ ਤਾਂ ਆਲਮੋਸਟ ਜਿਸ ਤਰ੍ਹਾਂ ਹਰ ਮਹੀਨੇ ਹੀ ਖੂਨ ਦੀ ਲੋੜ ਪੈਂਦੀ ਹੈ, ਤੇ SSP ਸਰ ਵੱਲੋਂ ਇਹ ਬਹੁਤ ਵੱਡਾ ਸਟੈਪ ਹੈ, ਇੱਕ ਬੜਾ ਵਧੀਆ ਸਟੈਪ ਹੈ ਕਿ ਇਹ ਰੂਟੀਨ 'ਚ ਇਸ ਤਰ੍ਹਾਂ ਅਗਰ ਸਰ ਵੱਲੋਂ ਹੈ ਕਿ ਆਪਾਂ ਉਹਨਾਂ ਨੂੰ ਸਾਨੂੰ ਰੂਟੀਨ 'ਚ ਇਹ ਇੱਦਾਂ ਸਾਡੇ ਨਾਲ ਕੋਆਪਰੇਟ ਕਰਨਗੇ ਪੂਰਾ। ਡੋਨਰਸ, ਵਲੰਟਰੀ ਡੋਨਰਸ ਸਾਨੂੰ ਹਰ 3 ਮਹੀਨੇ ਬਾਅਦ ਇੱਦਾਂ ਬਲੱਡ ਡੋਨੇਟ ਕਰ ਸਕਦੇ ਹੈ। ਨੋਰਮਲੀ ਪੁਲਿਸ ਬਾਰੇ ਲੋਕ ਚੰਗਾ ਨਹੀਂ ਸੋਚਦੇ, तो कई सारी इस तरह की फील्ड्स है कि जिहदे विच पुलिस चंगा काम करती है और करती रही है पहला भी। तो ਉਹਦੇ ਹੀ ਸੰਬੰਧ ਦੇ ਵਿੱਚ ਇੱਕ ਸਾਡਾ ਕੁਝ ਦਿਨ ਤੋਂ ਪਲਾਨਿੰਗ ਸੀਗਾ ਕਿ ਅਸੀਂ ਸਾਡੀ 50% ਫੋਰਸ ਮਤਲਬ 1000 ਬੰਦੇ ਤੋਂ ਬਲੱਡ ਡੋਨੇਟ ਕਰਾਵਾਂਗੇ। ਤੇ ਅਸੀਂ ਰੈੱਡ ਕਰਾਸ ਨਾਲ ਕੰਟੈਕਟ ਕੀਤਾ ਸੀਗਾ। ਸਾਡੀ ਤਰਨਤਾਰਨ ਜ਼ਿਲ੍ਹੇ ਦੀ ਰਿਕੁਆਇਰਮੈਂਟ 550 ਬੋਤਲ ਪਰ ਮੰਥ ਦੀ ਹੁੰਦੀ ਹੈ। तो ਅਸੀਂ ਫਿਰ ਉਹਨੂੰ 2 ਟੁਕੜੇ 'ਚ ਕਰਕੇ ਅੱਜ ਪਹਿਲਾ ਹਿੱਸਾ ਕੀਤਾ ਸੀਗਾ, ਜਿਹਦੇ ਵਿੱਚ ਕਰੀਬ ਅਸੀਂ 550 ਮੁਲਾਜ਼ਮ ਦਾ ਪਲਾਨਿੰਗ ਕੀਤਾ ਹੈ ਬਲੱਡ ਡੋਨੇਸ਼ਨ ਦਾ, ਔਰ ਇਹਨੂੰ ਅਸੀਂ ਕੰਟੀਨਿਊਸ ਅੱਗੇ ਕਰਾਂਗੇ। तो ये ब्लड डोनेशन जो हैगा लोगों के विच ਇਹਦੇ ਬਾਰੇ बड़ी फॉलोसीज बड़ी गलत भ्रामक मान्यताएं होंदी है कि ब्लड डोनेट करन नाल अपनी हेल्थ खराब होंदी है इदा कुछ। तो ਉਹਨੂੰ एक दूर करन ਦਾ भी ਅਸੀਂ ਇਹਨੂੰ एक मकसद बनाया हैगा। ਸਾਡੇ ਮੁਲਾਜ਼ਮ ਦੇ ਵਿੱਚ भी कई लोगों ਨੂੰ डर ਹੁੰਦਾ है, और ਤੁਸੀਂ ਦੇਖੋਗੇ ਅਸੀਂ एनकरेज करके बहुत सारे लड़के लड़कियां दोवां ਨੂੰ फस्ट टाइम ब्लड डोनर ਨੂੰ ਅਸੀਂ एनकरेज करके ਇਹਦੇ ਵਿੱਚ ਬੁਲਾਇਆ ਹੈ। ਇਹ ਜੀ ਇੱਕ FIR ਨੰਬਰ 8 ਹੈ 2021 ਥਾਣਾ ਸਿਟੀ ਜ਼ਿਲ੍ਹੇ ਦੀ 420/120 ਦਾ ਪਰਚਾ ਹੈ। ਇਹਦੇ ਵਿੱਚ ਜੀ ਜਿਹੜੇ ਦੋਸ਼ੀ ਨੇ ਉਹ ਹੈ ਦਵਿੰਦਰ ਕਥੂਰੀਆ, ਰੌਕੀ ਕਥੂਰੀਆ ਤੇ ਇੱਕ ਸੁਨੀਲ ਹੈ। ਇਹਨਾਂ ਨੇ 2017 ਚ ਇੱਕ ਰਾਈਜ਼ਿੰਗ ਸਨ ਕੰਪਨੀ ਦੇ ਨਾਂ ਤੇ ਕੰਪਨੀ ਬਣਾਈ। ਇਹਨਾਂ ਨੇ ਗਰੁੱਪ ਪਿੰਡਾਂ ਦੇ ਜਾ ਕੇ ਗਰੁੱਪ ਬਣਾਉਂਦੇ ਸੀਗੇ, ਉੱਥੇ 1000 ਰੁਪਏ ਕਰਕੇ ਹਰ ਮਹੀਨੇ ਇਹ ਲੈਂਦੇ ਬੰਦੇ ਤੋਂ ਲੈਂਦੇ ਸੀ ਤੇ ਕਹਿੰਦੇ ਸੀ ਤੁਹਾਡਾ ਇਨਾਮ ਕੱਢਾਂਗੇ ਤੁਹਾਡੇ ਤੇ ਇਹਨਾਂ ਨੇ ਸਾਰਿਆਂ ਤੋਂ ਪੈਸੇ ਲੈ ਕੇ ਤੇ ਉਹ ਕੰਪਨੀ ਭਗੌੜਾ ਹੋ ਗਈ। ਉਸ ਦੇ ਜਦ ਸਾਡੇ ਕੋਲ ਕੰਪਲੇਂਟ ਆਈ, ਉਹਦੀ ਇਨਕੁਆਇਰੀ ਹੋਈ ਹੈ ਤੇ ਪਰਚਾ ਦਰਜ ਕੀਤਾ, ਜਿਸ ਵਿੱਚ ਰੌਕੀ ਕਥੂਰੀਆ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਅੱਗੇ ਇਨਵੈਸਟੀਗੇਸ਼ਨ ਤੇ ਰਿਮਾਂਡ ਅੱਜ ਲਵਾਂਗੇ ਤੇ ਅੱਗੇ ਜੋ ਹੈ ਜਿੰਨੇ ਵੀ ਬੰਦੇ ਆ ਸਾਰੇ ਵਿੱਚ ਸ਼ਾਮਲ ਤਫਤੀਸ਼ ਕਰਕੇ ਅੱਗੇ। ਇਹ ਕੰਪਨੀ ਵਿੱਚ ਜੀ ਕੀ ਮਸਲਾ ਹੈ? ਮਸਲਾ ਕੀ ਹੈ ਜੀ 30 ਕਿਸ਼ਤਾਂ ਸੀ ਜੀ 30 ਬੰਦਿਆਂ ਦੀਆਂ। ਮੈਂ ਇੱਕ ਬੰਦਾ ਵੀ ਉਹਦੇ ਵਿੱਚ ਐਡ ਕਰਾ ਕੇ 30 ਬੰਦੇ ਮੈਂ ਜਮ੍ਹਾਂ ਕਰਵਾਏ ਇਹਨਾਂ ਨੂੰ। 30 ਬੰਦਿਆਂ ਦੇ ਮੇਰੇ ਪੈਸੇ ਇਹਨਾਂ ਨੇ ਨਾ ਸਕੀਮ ਦੇ ਪੈਸੇ ਦਿੱਤੇ ਨਾ ਇਹਨਾਂ ਨੇ ਸਮਾਨ ਦਿੱਤਾ ਮੈਨੂੰ। ਇਹਨਾਂ ਦਾ ਐਮਡੀ ਕੌਣ ਸੀ? ਇਹਨਾਂ ਦਾ MD ਸੀ ਦਵਿੰਦਰ ਕਥੂਰੀਆ ਤੇ ਇਹ ਸਾਰੇ ਪਾਰਟਨਰ ਹੈਗੇ ਸੀ, ਰੌਕੀ, ਦਵਿੰਦਰ ਕਥੂਰੀਆ ਤੇ ਸੁਨੀਲ ਡਾਕਟਰ ਤੇ ਰਘਵੀਰ ਮਨਸੀਆਂ ਦਾ ਸੀ ਮੇਰਾ, ਤੇ ਨਾਲ ਹੋਰ ਵੀ 2-3 ਸਰਦਾਰ ਸੀਗੇ, ਉਹ ਪਤਾ ਨਹੀਂ ਕਿੱਥੋਂ ਨਹੀਂ ਸੀਗੇ, ਕਿਉਂਕਿ ਮੈਂ ਤਾਂ ਜੁਆਇਨ ਕੀਤੀ ਬਾਅਦ ਵਿੱਚ। ਪਹਿਲਾਂ A ਗਰੁੱਪ ਸੀ, ਫਿਰ B ਗਰੁੱਪ, ਫਿਰ C ਗਰੁੱਪ, ਫਿਰ D ਗਰੁੱਪ। ਮੈਂ D ਗਰੁੱਪ ਸ਼ਾਮਲ ਕੀਤੀ ਸੀ ਜੀ। D ਗਰੁੱਪ ਤੋਂ ਬਾਅਦ F ਗਰੁੱਪ, G ਗਰੁੱਪ, E ਗਰੁੱਪ, ਇਹ ਸਾਰੇ 7 ਗਰੁੱਪ ਸੀ। ਇੱਕ ਗਰੁੱਪ ਦੇ 3-3000 ਮੈਂਬਰ ਸੀ। ਮੈਂ ਇਹਨਾਂ ਨੂੰ ਬੜਾ ਕਿਹਾ, ਮੈਂ ਕਿਹਾ ਮੈਨੂੰ ਤੁਸੀਂ ਸਕੀਮ ਖਤਮ ਹੋ ਗਈ, ਪੈਸੇ ਦੇ ਦਿਓ, ਪੈਸੇ ਨਹੀਂ ਦੇਣੇ ਸਮਾਨ ਦੇ ਦਿਓ। ਪਰ ਮੈਂ ਜਿਨ੍ਹਾਂ ਵੀਰਾਂ ਦਾ ਸਮਾਨ ਲਿਆ ਸੀ, ਜਿਹਨਾਂ ਨੂੰ ਦਿੱਤਾ ਸੀ, ਮੈਂ ਉਹਨਾਂ ਨੂੰ ਵਾਪਸ ਕਰ ਦਿੱਤਾ। ਮੈਂ ਭਾਵੇਂ ਕਿਵੇਂ ਵੀ ਕੀਤਾ, ਮੈਂ ਉਹਨਾਂ ਨੂੰ ਪੈਸੇ ਮੋੜ ਦਿੱਤੇ ਆ। ਜਿਹੜੇ 2-3 ਘਰਾਂ ਦੇ ਰਹਿ ਗਏ ਮੈਂ ਉਹ ਵੀ ਮੋੜ ਦਿਆਂਗਾ, ਪਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਖੀਰੀ ਹਾਰ ਕੇ ਮੈਂ
ਥਾਣੇ ਜਾ ਕੇ SHO ਸਾਹਿਬ ਨੂੰ ਮਿਲ ਕੇ ਮੈਂ ਉਹਨਾਂ ਤੋਂ ਦਰਖਾਸਤ ਦਿੱਤੀ ਤੇ ਮੇਰੇ ਪੈਸੇ ਦਵਾਏ ਜਾਣ। ਬਸ ਹੋਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੇਰੇ 30 ਬੰਦਿਆਂ ਦੇ ਪੈਸੇ ਨੇ 3,60,000 ਬਣਦਾ, ਜਿੰਦੇ ਵਿੱਚੋਂ 3 ਕਿਸ਼ਤਾਂ ਮੈਂ ਪੈਸੇ ਦੇਣੇ ਆ। ਉਹ 8,000 ਜਾਂ 9,000 ਰੁਪਏ ਮੈਂ ਦੇਣਾ, ਉਹ ਆਪਦਾ ਕੱਟ ਲੈਣ, ਬਾਕੀ ਮੇਰੇ ਪੈਸੇ ਜਿਹੜੇ ਬਣਦੇ ਮੈਨੂੰ ਦੇ ਦੇਣ। ਮੈਂ ਜਿਨ੍ਹਾਂ ਦੇ ਪੈਸੇ ਦੇਣੇ ਮੈਂ ਭੁਗਤਾਵਾਂ, ਉਹਨਾਂ ਵੱਲੋਂ ਨਹੀਂ ਕੋਈ ਲੈਣਾ, ਨਹੀਂ ਕੋਈ ਦੇਣਾ ਨਹੀਂ। ਮੇਰਾ ਇਹਨਾਂ ਨਾਲ ਪੁਲਿਸ ਵੱਲੋਂ ਕਾਰਵਾਈ ਮੇਰੇ ਖਿਆਲ ਦਾ ਇੱਕ ਅੱਧੇ ਬੰਦੇ ਨੂੰ ਫੜਿਆ ਗਿਆ, ਬਾਕੀ ਉਹ ਫੜ ਲੈਣਗੇ। ਮੇਰੀ ਪ੍ਰਸ਼ਾਸਨ ਨੂੰ ਵੀ ਮੰਗੇ ਕਿ ਜਿਹੜੀਆਂ ਇਹ ਕੰਪਨੀਆਂ ਖੁੱਲ੍ਹਦੀਆਂ ਨੇ ਇਹਨਾਂ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਸਾਰਾ ਕੁਝ ਇਹਨਾਂ ਦਾ ਸੋਚਿਆ ਜਾਵੇ, ਇਹ ਕੀ ਕਰਦੇ ਨੇ ਕੀ ਨਹੀਂ ਕਰਦੇ। ਇਹ ਰਜਿਸਟਰ ਕਰ ਦਿੰਦੇ ਨੇ ਕੰਪਨੀਆਂ, ਫਿਰ ਇਹ ਟੈਕਸ ਵੀ ਮਾਰ ਜਾਂਦੇ ਨੇ, ਸੇਲ ਟੈਕਸ ਵੀ ਮਾਰ ਜਾਂਦੇ ਨੇ, ਇਨਕਮ ਟੈਕਸ ਵੀ ਮਾਰ ਜਾਂਦੇ ਨੇ। ਇਹ ਲੋਕਾਂ ਨੂੰ ਰਸੀਦਾਂ ਵੀ ਨਹੀਂ ਦਿੰਦੇ, ਮਾਲ ਵੀ ਨਹੀਂ ਦਿੰਦੇ, ਇਹ ਖਾ ਜਾਂਦੇ ਨੇ ਸਾਰਾ ਕੁਝ। ਰਾਜਵੀਰ ਸਿੰਘ ਗਿੱਲ, ਸੰਧਵਾਂ ਸਕੱਤਰ ਜਨਰਲ BKU ਕਾਦੀਆਂ। ਅੱਜ ਗੁਰਦੁਆਰਾ ਸਾਹਿਬ ਢੁੱਡੀ ਵਿਖੇ ਕਿਸਾਨਾਂ ਦਾ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਢੁੱਡੀ ਇਕਾਈ ਪਿੰਡ ਦੀ ਚੋਣ ਕੀਤੀ ਗਈ ਔਰ ਚੰਗੇ ਬੰਦਿਆਂ ਨੇ ਸ਼ਮੂਲੀਅਤ ਕੀਤੀ ਹੈ, ਕਿਉਂਕਿ ਕਿਸਾਨੀ ਦੀਆਂ ਚੰਗੀਆਂ ਗੱਲਾਂ ਨੂੰ ਲੈ ਕੇ, ਚੰਗੇ ਵਿਚਾਰਾਂ ਨੂੰ ਲੈ ਕੇ, ਚੰਗੇ ਸੰਘਰਸ਼ ਨੂੰ ਲੈ ਕੇ ਅੱਜ ਪਿੰਡ ਢੁੱਡੀ ਦੇ ਜੋ ਕਿ ਕਿਸਾਨ ਹੈ ਉਹ ਸਾਡੇ ਸ਼ਾਮਲ ਹੋਏ। ਇਸ ਤੋਂ ਇਲਾਵਾ 26 ਜਨਵਰੀ ਦਾ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ, ਉਸ ਨੂੰ ਲੈ ਕੇ ਵੀ ਕੋਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ? ਦੇਖੋ, ਵਿਚਾਰ ਵਟਾਂਦਰਾ ਤਾਂ ਚੱਲੀ ਜਾਂਦਾ ਜੀ ਸਾਡਾ ਬਹੁਤ ਲੰਮੇ ਚਿਰ ਤੋਂ, ਪਰ ਹੁਣ ਅਸੀਂ ਉਤਸ਼ਾਹਤ ਕਰ ਰਹੇ ਹਾਂ ਲੋਕਾਂ ਨੂੰ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ, ਕਿਉਂਕਿ 26 ਤਰੀਕ ਸਾਡਾ ਅਖੀਰਲਾ, ਜਿਵੇਂ ਕਹਿ ਦਿੰਦੇ ਨਾ ਕਿਸੇ ਦਾ ਫਾਈਨਲ ਮੈਚ ਹੈ, ਸਾਡਾ ਸੈਂਟਰ ਸਰਕਾਰ ਨਾਲ ਉਹਦੇ ਫਾਈਨਲ ਮੈਚ ਹੈ। ਇਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਅਸੀਂ ਰੁਕਣਾ ਨਹੀਂ। ਜੇ ਤਾਂ ਸਾਨੂੰ ਸ਼ਾਂਤੀਪੂਰਕ ਇਹ ਲੰਘਣਾ ਦੇ ਦੇਣਗੇ ਤਾਂ ਵਧੀਆ ਗੱਲ ਹੈ, ਜੇ ਨਾ ਦੇਣਗੇ ਤਾਂ ਅਸੀਂ ਆਪਦੇ ਟਿਕਾਣੇ ਤੇ ਲੱਗ ਕੇ ਹਟਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਆਰ ਪਾਰ ਦੀ ਲੜਾਈ ਸੈਂਟਰ ਸਰਕਾਰ ਨਾਲ ਲੜਦੇ ਰਵਾਂਗੇ। ਜਿਸ ਤਰ੍ਹਾਂ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ ਔਰ ਕਿਸਾਨ ਆਪਣਾ ਸੰਘਰਸ਼ ਕਰ ਰਹੇ ਨੇ, ਹੋਰ ਵੀ ਜਿਹੜੇ ਕਿਸਾਨ ਜਿਹੜੇ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜੇ ਹੁਣ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਉਸ ਸੰਘਰਸ਼ ਦਾ ਜਿਹੜਾ ਹਿੱਸਾ ਬਣਨਾ ਚਾਹੁੰਦੇ ਨੇ, ਕੀ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਤੁਹਾਡੇ ਕੋਲ? ਪ੍ਰਤੀਕਿਰਿਆ ਜਿਹੜੇ ਚੰਗਾ ਕੰਮ ਕਰਦੇ ਆ ਕਿਸਾਨੀ ਲਈ, ਆਪਾਂ ਚੰਗਾ ਕੰਮ ਕਰਾਂਗੇ, ਚੰਗੀਆਂ ਜਥੇਬੰਦੀਆਂ ਚੰਗਾ ਕੰਮ ਕਰਨਗੀਆਂ, ਉਹਨਾਂ ਦੇ ਚੰਗੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਕਿਸਾਨ ਜ਼ਰੂਰ ਸ਼ਾਮਲ ਹੋਣਗੇ ਤੇ ਔਰ ਹੋ ਰਹੇ ਆ, ਔਰ ਜੰਗੀ ਪੱਧਰ ਤੇ ਹੋ ਰਹੇ ਆ, ਕਿਉਂਕਿ ਸਾਡੀ ਜਾਗਰਤੀ ਹੈ ਨਾ ਜਿਹੜੀ, ਇਸ ਸੰਘਰਸ਼ ਨੇ ਕਿਸਾਨਾਂ 'ਚ ਬਹੁਤ ਵਧੀਆ ਪੈਦਾ ਕੀਤੀ ਹੈ। ਸਾਡੇ ਜਿਹੜੇ ਲੀਡਰ ਆ, ਸਾਡੇ ਸਰਮੋਰ ਜਿਹੜੇ ਆਗੂ ਹੈ, ਉਹ ਸਾਡੇ ਬਹੁਤ ਵਧੀਆ, ਸਾਨੂੰ ਵਧੀਆ ਸੇਧ ਦੇ ਰਹੇ ਆ, ਕਿਉਂਕਿ ਅੱਜ ਤੋਂ ਪਹਿਲਾਂ ਕੁਝ ਲੋਕਾਂ ਨੂੰ ਇਸ ਤਰ੍ਹਾਂ ਦਾ ਕੋਈ ਵਧੀਆ ਰਿਸਪੌਂਸ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲ ਰਿਹਾ ਸੀ। ਇਸ ਸੰਘਰਸ਼ ਦੇ ਨਾਲ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਤੇ ਸਾਡੇ ਜਿਹੜੇ ਸਾਥੀ, ਸਾਡੇ ਕਿਸਾਨ ਭਰਾ ਸਾਡੀ ਮਦਦ ਕਰ ਰਹੇ। 26 ਜਨਵਰੀ ਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਤੈਅ ਕੀਤਾ ਔਰ ਕਿਸ ਤਰ੍ਹਾਂ ਦੀ ਜਿਹੜੀਆਂ ਹੁਣ ਤਿਆਰੀਆਂ ਕੀਤੀਆਂ ਗਈਆਂ? 26 ਤਰੀਕ ਨੂੰ ਅਸੀਂ, ਪਹਿਲੀ ਗੱਲ ਤਾਂ ਸਾਡੇ ਉੱਥੇ ਬਹੁਤ ਵਰਕਰ ਪਹਿਲਾਂ ਹੀ ਬੈਠੇ ਆ, ਪਰ ਜਿਹੜੇ ਅਸੀਂ ਪਿੰਡਾਂ 'ਚ ਤੁਰ ਫਿਰ ਰਹੇ ਹਾਂ, ਜਥੇਬੰਦੀਆਂ ਬਣਾ ਰਹੇ ਹਾਂ, ਇਕਾਈਆਂ ਬਣਾ ਰਹੇ ਹਾਂ, ਇਹ ਅਸੀਂ ਤਕਰੀਬਨ ਕੋਈ 22-23 ਤਰੀਕ ਤੋਂ ਅਸੀਂ ਇੱਥੋਂ ਉੱਧਰ ਨੂੰ ਮਤਲਬ ਤੁਰਾਂਗੇ, ਹਾਂ, ਤੇ ਦਿੱਲੀ ਵੱਲ ਕੂਚ ਕਰਾਂਗੇ। ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ, ਕਿੰਨੀਆਂ ਟਰਾਲੀਆਂ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਹੋਰ ਕੱਢ ਕੇ ਇੱਥੋਂ ਪੰਜਾਬ 'ਚੋਂ ਲੈ ਕੇ ਜਾਣੀਆਂ ਔਰ ਉਹਨਾਂ ਆਰ ਪਾਰ ਦੀ ਲੜਾਈ ਲੜਦੀਆਂ। ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹਦਾਇਤਾਂ ਹਨ, ਉਹਨਾਂ ਦੇ ਤਹਿਤ ਅਸੀਂ ਮਿਸ਼ਨ ਫਤਿਹ ਪਿਛਲੇ 1 ਸਾਲ ਤੋਂ ਚੱਲ ਰਿਹਾ। ਹੁਣ ਤੱਕ ਸਾਡਾ ਜਿਹੜਾ ਜ਼ੋਰ ਸੀਗਾ ਉਹ ਕੋਵਿਡ ਪੇਸ਼ੈਂਟਸ ਦਾ ਇਲਾਜ ਔਰ ਪਰਹੇਜ਼ 'ਤੇ ਸੀ, ਬਟ ਹੁਣ ਮੈਨੂੰ ਇਹ ਖੁਸ਼ੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਸਾਂਝੇ ਉਦਮ ਦੇ ਨਾਲ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੈਗਾ, ਕੋਵਿਡ ਦੀ ਜਿਹੜਾ ਟੀਕਾਕਰਨ ਦਾ ਪ੍ਰੋਸੈਸ ਹੈਗਾ, 16 ਜਨਵਰੀ ਵਾਲੇ ਦਿਨ, ਸ਼ਨੀਵਾਰ ਵਾਲੇ ਦਿਨ ਸ਼ੁਰੂ ਹੋ ਰਿਹਾ। ਇਹਦੇ ਲਈ ਜਿਹੜੀ ਵੈਕਸੀਨ ਹੈਗੀ ਉਹ ਆਲਰੇਡੀ ਜਿਹੜੇ ਪੰਜਾਬ ਸਰਕਾਰ ਨੇ ਕੋਲਡ ਚੇਨ ਦੇ ਮੁੱਖ ਕੇਂਦਰ ਬਣਾਏ ਨੇ, ਹੁਸ਼ਿਆਰਪੁਰ ਪਹੁੰਚ ਗਈ ਹੈ। ਅੱਜ ਸ਼ਾਮ ਤੱਕ ਸਾਨੂੰ ਇਹ ਜਿਹੜੀ ਦਵਾਈ ਹੈਗੀ ਹੈ ਪ੍ਰਾਪਤ ਹੋ ਜਾਏਗੀ, ਜਿਹੜੀ ਵੈਕਸੀਨ ਹੈ। ਔਰ ਇਸ ਵੈਕਸੀਨ ਨੂੰ ਸਟੋਰ ਕਰਨ ਦੇ ਲਈ ਅਸੀਂ 67 ਆਪਣੇ ਕੋਲਡ ਚੇਨ ਪੁਆਇੰਟਸ ਬਣਾਏ ਹੈ। 800 ਦੇ ਕਰੀਬ ਅਸੀਂ ਜਿਹੜੇ ਹੈਗੇ ਹੈ ਇਸ ਤਰ੍ਹਾਂ ਦੇ ਕੇਂਦਰ ਬਣਾਏ ਹੈ ਜਿਨ੍ਹਾਂ ਨੂੰ ਕਿ ਅਸੀਂ ਜਿੱਥੇ ਇਹ ਦਵਾਈ ਲਗਾਈ ਜਾਣੀ ਹੈ, ਜਿੱਥੇ ਕਿ ਇਹ ਵੈਕਸੀਨ ਲਗਾਈ ਜਾਣੀ ਹੈ। ਇਹਦੇ 'ਚ ਜਿਵੇਂ ਕਿ ਅਸੀਂ ਕੋਵਿਡ ਦੇ ਪੂਰੇ ਉਦਮ ਦੇ ਦੌਰਾਨ ਪਹਿਲਾਂ ਵੀ ਪ੍ਰਾਈਵੇਟ ਹਸਪਤਾਲਾਂ ਦਾ ਬਹੁਤ ਵੱਡਾ ਰੋਲ ਲਿਆ, ਉਸੇ ਤਰ੍ਹਾਂ ਹੀ ਇਸ 'ਚ ਵੀ ਸਰਕਾਰੀ ਹਸਪਤਾਲਾਂ ਦੇ ਨਾਲੋਂ ਨਾਲ ਬਹੁਤ ਵੱਡੇ ਸਤਰ 'ਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਨਵੋਲਵ ਕੀਤਾ ਗਿਆ, ਕਿਉਂਕਿ ਜ਼ਿਆਦਾਤਰ ਜਿਹੜੇ ਲਾਭਪਾਤਰੀ ਨੇ ਪਹਿਲੇ ਫੇਜ਼ ਦੇ ਜਿਹੜੇ ਮੈਡੀਕਲ ਡਾਕਟਰਸ, ਪੈਰਾਮੈਡਿਕਸ ਔਰ ਸਪੋਰਟ ਸਟਾਫ ਜਿਹੜਾ ਹੈਗਾ, ਉਹਨਾਂ 'ਚੋਂ 2/3 ਤੋਂ ਵੀ ਵੱਧ ਜਿਹੜਾ ਸਟਾਫ ਹੈ, ਰੈਦਰ 3/4 ਜਿਹੜਾ ਸਟਾਫ ਹੈਗਾ ਉਹ ਪ੍ਰਾਈਵੇਟ ਹਸਪੀਟਲਸ ਦਾ। ਕੁੱਲ 31,000 ਦੇ ਕਰੀਬ ਸਾਡੇ ਕੋਲ ਹੈਗੀ ਹੈ ਰਜਿਸਟ੍ਰੇਸ਼ਨ, ਉਹਨਾਂ 'ਚੋਂ 23,000-24,000 ਜਿਹੜਾ ਸਟਾਫ ਹੈ ਉਹ ਪ੍ਰਾਈਵੇਟ ਹਸਪੀਟਲਸ ਦਾ। ਉਹਦੇ ਬਾਰੇ ਅੱਜ ਡਿਟੇਲਡ ਪੈਨਲ ਆਫ ਡਾਕਟਰਸ ਮੇਰੇ ਨਾਲ ਹੀ ਬੈਠੇ ਨੇ, ਡਾਕਟਰ ਵਿਸ਼ਵ ਮੋਹਨ ਜੀ ਵੀ ਨੇ, ਡਾਕਟਰ ਸੁਖਜੀਵਨ ਕੱਕੜ ਜੀ ਨੇ ਸਾਡੇ ਸਿਵਲ ਸਰਜਨ ਸਾਹਿਬ, ਔਰ ਮੈਡਮ ਕਿਰਨ ਇੱਧਰ ਬੈਠੇ ਨੇ, ਇੱਕ ਹੋਰ ਐਕਸਪਰਟ ਡਾਕਟਰ DMC ਤੋਂ ਆਏ ਨੇ। ਅੱਜ ਅਸੀਂ ਆਨਲਾਈਨ ਲਾਈਵ ਹੋ ਕੇ ਆਫਟਰ ਦਿਸ ਪ੍ਰੈਸ ਕਾਨਫਰੰਸ ਅਸੀਂ ਸਾਰਾ ਕੁਝ ਦੱਸਾਂਗੇ,
ਬਟ ਐਜ਼ ਐਨ ਐਡਮਿਨਿਸਟ੍ਰੇਟਰ ਮਤਲਬ ਡਾਕਟਰਸ ਆਪਦਾ ਵਿਊ ਪੁਆਇੰਟ ਦੱਸਣਗੇ, ਐਜ਼ ਐਨ ਐਡਮਿਨਿਸਟ੍ਰੇਟਰ ਮੈਂ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਇਹ ਜਿਹੜੀ ਦਵਾਈ ਸਾਡੇ ਇੱਥੇ ਆ ਰਹੀ ਹੈ ਕੋਵਾਸ਼ੀਲਡ, ਇਹ ਜਿਹੜੀ ਹੈਗੀ ਹੈ ਆਕਸਫੋਰਡ ਯੂਨੀਵਰਸਿਟੀ ਔਰ ਭਾਰਤ ਸਰਕਾਰ ਦੋਨਾਂ ਦੇ ਸਾਂਝੇ ਉਦਮ ਦੇ ਨਾਲ ਬੜੀ ਵੱਡੀ ਰਿਸਰਚ ਤੋਂ ਬਾਅਦ ਇਹ ਦਵਾਈ ਆ ਰਹੀ ਹੈ ਔਰ ਬਹੁਤ ਜ਼ਿਆਦਾ ਪੈਸਾ ਔਰ ਰਿਸੋਰਸਿਸ ਲੋਕਾਂ ਦੇ ਖਰਚ ਕੇ ਇਹ ਦਵਾਈ ਬਣਾਈ ਗਈ ਹੈ ਸੀਰਮ ਇੰਸਟੀਚਿਊਟ ਵੱਲੋਂ। ਐਂਡ ਆਪਾਂ ਨੂੰ ਫੇਥ ਰੱਖਣਾ ਚਾਹੀਦਾ। ਹੁਣ ਤੱਕ ਵੀ ਸਰਕਾਰ ਨੇ ਜੋ ਕੁਝ ਆਫਰ ਕੀਤਾ ਹੈ, ਆਪਾਂ ਇਕੱਲੇ ਇਹਨੂੰ ਕੋਵਿਡ ਦੇ ਪ੍ਰਿਜ਼ਮ ਦੇ ਨਾਲ ਨਾ ਦੇਖੀਏ, ਭਾਵਾਂ ਦੀ ਦੇਸ਼ ਦੇ ਵਿੱਚੋਂ ਜਿਹੜੀ TB ਨੂੰ ਖਤਮ ਕਰਨ ਦੀ ਮੁਹਿੰਮ ਹੋਵੇ, ਭਾਵਾਂ ਦੀ ਪੋਲੀਓ ਨੂੰ ਖਤਮ ਕਰਨ ਦੀ ਮੁਹਿੰਮ ਹੋਵੇ, ਰੁਬੇਲਾ ਵੈਕਸੀਨੇਸ਼ਨ ਹੋਵੇ, MR ਵੈਕਸੀਨੇਸ਼ਨ ਹੋਵੇ, ਹਰ ਚੀਜ਼ ਸਰਕਾਰ ਨੇ ਬੜੇ ਤਰੀਕੇ ਨਾਲ ਆਜ਼ਾਦੀ ਤੋਂ ਬਾਅਦ ਕੀਤੀ ਹੈ। ਔਰ ਜੇ ਹੁਣ ਤੱਕ ਸਿਹਤ ਵਿਭਾਗ ਸਾਰੀਆਂ ਚੀਜ਼ਾਂ 'ਚ ਕਾਮਯਾਬ ਰਹੇਗਾ, ਮੈਨੂੰ ਸਿਹਤ ਵਿਭਾਗ ਔਰ ਸਾਡੇ ਵਿਗਿਆਨਕਾਂ 'ਤੇ ਇਹਨਾਂ 'ਤੇ ਪੂਰਾ ਵਿਸ਼ਵਾਸ ਹੈ ਕਿ ਜੋ ਇਹਨਾਂ ਨੇ ਉੱਦਮ ਕੀਤਾ ਇਹ ਪੱਕਾ ਹੀ ਕਾਮਯਾਬ ਹੈ। ਮੇਰੀ ਲੋਕਾਂ ਨੂੰ ਵੀ ਅਪੀਲ ਹੈਗੀ ਹੈ ਕਿ ਲੈਟਸ ਹੈਵ ਫੇਥ, ਔਰ ਫੇਥ ਦੀ ਇੰਤਹਾ ਇਹ ਹੈ ਕਿ ਮੈਡੀਕਲ ਫਰਟਰਨਿਟੀ ਨੇ ਸਭ ਤੋਂ ਪਹਿਲਾਂ ਵਲੰਟੀਅਰ ਕੀਤਾ ਇੰਜੈਕਸ਼ਨ ਲਗਾਉਣ ਦੇ ਲਈ। ਅਗਰ ਇੰਜੈਕਸ਼ਨ ਦੇ ਵਿੱਚ ਕੋਈ ਖਾਮੀ ਜਾਂ ਤਰੁੱਟੀ ਹੁੰਦੀ ਤਾਂ ਮੈਡੀਕਲ ਫਰਟਰਨਿਟੀ ਆਪਣੇ ਆਪ ਨੂੰ ਆਫਰ ਨਾ ਕਰਦੀ। ਸਾਰੇ ਮੈਡੀਕਲ ਡਾਕਟਰਸ, ਨਰਸਿਸ, ਪੈਰਾਮੈਡਿਕਸ, ਜਿੰਨੇ ਵੀ ਇਹਨਾਂ ਦਾ ਹੋਰ ਸਪੋਰਟ ਸਟਾਫ ਹੈ, ਦੇ ਆਰ ਦ ਫਸਟ ਵਨਸ ਟੂ ਗੈਟ ਇਟ, ਜਿਹੜਾ ਕਿ ਆਪਣੇ ਆਪ ਇਸ ਗੱਲ ਦੀ ਤਸਦੀਕ ਕਰਦਾ ਕਿ ਮੈਡੀਕਲ ਫਰਟਰਨਿਟੀ ਨੂੰ ਪੂਰਾ ਇਸ 'ਤੇ ਵਿਸ਼ਵਾਸ ਹੈ। ਇੱਕ ਐਕਸਪਰਟਸ ਦਾ ਡੋਮੇਨ ਹੈ ਤੇ ਆਪਾਂ ਨੂੰ ਐਕਸਪਰਟਸ 'ਤੇ ਵਿਸ਼ਵਾਸ ਕਰਨਾ ਚਾਹੀਦਾ। ਡਾਕਟਰਸ, ਹੈਲਥ ਵਰਕਸ, ਇਹ ਸਾਰੇ ਅਸੀਂ ਇਹਨੂੰ ਮੈਡੀਕਲ ਫਰਟਰਨਿਟੀ ਹੀ ਮੰਨਦੇ ਹਾਂ। ਮੈਡੀਕਲ ਭਾਈਚਾਰਾ ਹੈਗਾ, ਇਸ 'ਚ ਵਾਰਡ ਬॉय ਤੋਂ ਲੈ ਕੇ ਡਾਕਟਰ, ਸਰਜਨ ਸਾਰੇ ਇਸ ਦੇ ਅੰਦਰ ਹੀ ਆਉਂਦੇ ਨੇ। ਸਰ ਲੋਕਾਂ 'ਚ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਇਹਦੀ ਕੋਈ ਪੇਮੈਂਟ ਰਹੇਗੀ, ਕਿਸ ਤਰੀਕੇ ਨਾਲ ਲੱਗਣਗੇ, ਕੋਈ ਆਨਲਾਈਨ ਉਹ ਫਾਰਮ ਭਰ ਸਕਦੇ ਆ? ਕੋਈ ਕਨਫਿਊਜ਼ਨ ਨਹੀਂ ਹੈ। ਇਟਸ ਅ ਵੈਰੀ ਸਮਾਲ ਵਰਲਡ। ਅੱਜ ਕੱਲ੍ਹ ਤਾਂ ਜੋ ਵਾਸ਼ਿੰਗਟਨ 'ਚ ਹੁੰਦਾ 1 ਸੈਕਿੰਡ 'ਚ ਲੋਕਾਂ ਨੂੰ ਮੇਰੇ ਤੋਂ ਪਹਿਲਾਂ ਪਤਾ ਹੁੰਦਾ। ਤੋ ਇਸ ਕਰਕੇ ਜਦੋਂ ਹਦਾਇਤਾਂ ਆਉਂਦੀਆਂ ਨੇ ਅਸੀਂ ਤੁਰੰਤ ਉਹਨਾਂ ਨੂੰ ਸ਼ੇਅਰ ਕਰਦੇ ਹਾਂ। ਜਦੋਂ ਹਦਾਇਤਾਂ ਆਉਣਗੀਆਂ ਉਹ ਸ਼ੇਅਰ ਹੋਣਗੀਆਂ। ਐਜ਼ ਆਫ ਨਾਓ ਜਿਹੜੀ ਪਹਿਲੇ ਫੇਜ਼ 'ਚ ਦਵਾਈ ਲੱਗ ਰਹੀ ਹੈ ਬਿਲਕੁਲ ਫ੍ਰੀ ਲੱਗ ਰਹੀ ਹੈ। ਅੱਗੇ ਜੋ ਹਦਾਇਤਾਂ ਆਉਣਗੀਆਂ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਸਰ ਬਿਲਕੁਲ ਜੋ ਇਹ ਵੈਕਸੀਨ ਆ ਰਹੀ ਹੈ ਪੂਰੀ ਰਿਸਰਚ ਤੋਂ ਬਾਅਦ ਆ ਰਹੀ ਹੈ, ਸਾਰੇ ਐਕਸਪੈਰੀਮੈਂਟ ਕਰਨ ਤੋਂ ਬਾਅਦ ਆ ਰਹੀ ਹੈ ਤੇ ਹਾਲੇ ਤੱਕ ਕੋਈ ਵੀ ਰਿਐਕਸ਼ਨ ਸਾਹਮਣੇ ਆਇਆ ਇਸ ਦਾ ਕਿ ਕੋਈ ਵੀ ਸਾਈਡ ਇਫੈਕਟ ਜੋ ਦੇਖਣ ਨੂੰ ਮਿਲ ਸਕਦਾ ਹੈ? ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਹੋ ਸਕਦਾ ਜੇ ਵੈਕਸੀਨ ਲਗਾਈ ਜਾਏਗੀ ਤੇ ਹੋ ਸਕਦਾ ਕੋਈ ਰਿਐਕਸ਼ਨ ਜਾਂ ਫਿਰ ਕੋਈ ਪਹਿਲਾਂ ਤੋਂ ਕਿਸੇ ਬਿਮਾਰੀ ਦਾ ਪੇਸ਼ੈਂਟ ਹੋਏਗਾ ਤੇ ਉਹਦੇ ਲਈ ਕੁਝ ਖਾਸ। ਮੈਮ ਜਿੱਦਾਂ ਤੁਹਾਡਾ ਖੇਤਰ ਹੈਗਾ, ਮੇਰਾ ਐਡਮਿਨਿਸਟ੍ਰੇਸ਼ਨ ਹੈ, ਤੁਹਾਡਾ ਮੀਡੀਆ ਹੈਗਾ, ਡਾਕਟਰਸ ਦੇ ਇੱਕ ਲੇਟ ਡਾਊਨ ਪ੍ਰੋਸੀਜਰਸ ਨੇ, ਇਹਦੀਆਂ ਬਹੁਤ ਸਾਰੀਆਂ ਸਟੇਜਿਸ ਹੁੰਦੇ ਨੇ, ਟਰਾਇਲਸ ਦੇ ਫੇਜ਼ਿਸ ਹੈਗੇ ਨੇ। ਉਹ ਸਾਰਾ ਕੁਝ ਕਰਕੇ ਹੀ ਜਿਹੜਾ ਸਿਹਤ ਮੰਤਰਾਲਾ ਹੈਗਾ ਉਹਨਾਂ ਨੇ ਵੈਕਸੀਨ ਨੂੰ ਸਾਰੇ ਮਰਹਲੇ ਪਾਰ ਕਰਾ ਕੇ, ਸਾਰੀਆਂ ਸਟੇਜਿਸ ਪਾਰ ਕਰਾ ਕੇ ਹੀ ਕਲੀਅਰ ਕਰਦੀ ਹੈ ਔਰ ਇਹ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈਗੀ ਹੈ। ਤਾਂ ਆਪਾਂ ਨੂੰ ਇਸ 'ਤੇ ਵਿਸ਼ਵਾਸ ਕਰਨਾ ਚਾਹੀਦਾ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।